किनका एक जिसने बसावे महिमा गनीना आकी महिमा गनीना महिमा गनीना आकी महिमा गनीना सिमरो सिमर सिमर सुख पाओ सिमरो सिमर सिमर सुख पाओ तन कलेश तन मारे सिमरो दास बिसुंबर सिमरो दास बिसुंबर नाम जपता वेद पुराण सिमरत सुधाते हर वेद पुराण सिमरत सुधाते हर इन्हें नाम एक आते हर
ਸੁਖਮਨੀ ਸਾਹਿਬ ਜੀ ਦੇ ਪਵਿੱਤਰ ਬਾਣੀ ਦਾ ਇਹ ਪਾਵਨ ਸ਼ਬਦ ਪਹਿਲੀ ਅਸ਼ਟਪਦੀ ਦੀ ਪਹਿਲੀ ਪੌੜੀ ਦਾ ਸ਼ਬਦ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਉਂਕਿ ਜਿੱਥੇ ਵੀ ਕੋਈ ਬਾਣੀ ਸ਼ੁਰੂ ਹੋਈ ਹੈ ਉਸ ਬਾਣੀ ਦੇ ਪਹਿਲੇ ਅੱਖਰ ਵਿੱਚ ਸਾਰ ਲਿਖਿਆ ਗੁਰੂ ਪਾਤਸ਼ਾਹ ਜੀ। ਜਿਹੜੀ ਵੀ ਬਾਣੀ ਸ਼ੁਰੂ ਤੇ ਸਾਰ ਕੀ ਲਿਖਿਆ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਤੇ ਬਾਰ-ਬਾਰ ਸਿਮਰ ਸਿਮਰ ਲਿਖਿਆ ਹੈ। ਇੱਕ ਵਾਰ ਵੀ ਲਿਖ ਸਕਦੇ ਸੀ ਸਭ ਕੁਝ ਸਮਝਾਉਣਾ ਹੀ ਹੈ ਵੀ ਜਪਿਆ ਕਰੋ ਬਸ ਉਹੀ ਗੱਲ ਪਰ ਨਹੀਂ। ਪਾਤਸ਼ਾਹ ਨੇ ਲਿਖਿਆ ਹੈ ਸਿਮਰੋ ਉਸ ਪਰਮਾਤਮਾ ਨੂੰ ਸਿਮਰੋ, ਉਹਦੀ ਯਾਦ ਵਿੱਚ ਰਿਹਾ ਕਰੋ। ਬਾਰ-ਬਾਰ ਸਿਮਰੋ, ਕਹਿੰਦੇ ਸਿਮਰੋ ਸਿਮਰ ਸਿਮਰ ਬਾਰ-ਬਾਰ ਸਿਮਰੋਗੇ ਫਿਰ ਕੀ ਹੋਏਗਾ? ਸੁਖ ਪਾਵੋ। ਜਿਹੜੀ ਸੁੱਖਾਂ ਦੀ ਭਾਲ ਕਰਕੇ ਆਪਾਂ ਜਿਹਦੇ ਕੋਲ ਬਹੁਤ ਸੰਸਾਰੀ ਸੁੱਖ ਹੋਣ ਨਾ, ਜਿਹੜਾ ਸਮਝਦਾ ਹੋਵੇ ਕਿ ਮੇਰੇ ਕੋਲ ਤਾਂ ਸਾਰੇ ਹੀ ਸੁੱਖ ਹਨ ਤੇ ਤੁਸੀਂ ਇਹੋ ਜਿਹੇ ਜਿਹੜੇ ਬੰਦੇ ਨੇ, ਇਹੋ ਜਿਹੇ ਮਨੁੱਖ ਨੇ, ਉਹ ਕਿਸ ਭੁਲੇਖੇ ਵਿੱਚ ਹੁੰਦੇ ਆ ਕਿ ਸਾਡੇ ਕੋਲ ਮਾਇਆ ਬਹੁਤ ਹੈ। ਤੇ ਜਿਹਦੇ ਕੋਲ ਮਾਇਆ ਬਹੁਤ ਹੁੰਦੀ ਤੇ ਪ੍ਰਲਬਧ ਦੇ ਹਿਸਾਬ ਨਾਲ ਆਪਣੇ ਕਰਮਾਂ ਅਨੁਸਾਰ ਸਭ ਕੁਝ ਮਿਲਦਾ ਹੈ ਸੰਸਾਰ ਵਿੱਚ, ਪਰ ਉਹਨੂੰ ਭੁਲੇਖਾ ਹੋ ਜਾਂਦਾ ਹੈ ਵੀ ਮੈਂ ਇਸ ਮਾਇਆ ਦੇ ਦੁਆਰਾ ਸਾਰੇ ਸੁੱਖ ਖਰੀਦ ਲਏ ਨੇ। ਤੇ ਇਹੀ ਭੁਲੇਖਾ ਉਸ ਨੂੰ ਵੇਖਣ ਵਾਲੇ ਦਾ ਵੀ ਹੁੰਦਾ ਜਿਹਦੇ ਕੋਲ ਮਾਇਆ ਦੀ ਥੋੜ ਹੁੰਦੀ ਹੈ, ਜਿਹਦੇ ਕੋਲ ਸੁੱਖਾਂ ਦੇ ਸੰਸਾਰੀ ਸਾਧਨ ਘੱਟ ਹੁੰਦੇ। ਉਹ ਉਸ ਮਾਇਆ ਧਾਰੀ ਨੂੰ ਵੇਖ ਰਿਹਾ ਹੁੰਦਾ ਹੈ ਵੀ ਕਾਸ਼ ਕਿ ਆਹ ਵਾਲੇ ਸੁੱਖ ਮੇਰੇ ਕੋਲ ਵੀ ਹੁੰਦੇ ਤੇ ਮੈਂ ਕਿੰਨਾ ਸੁਖੀ ਹੁੰਦਾ। ਤੇ ਉਹ ਮਾਇਆ ਧਾਰੀ ਜਿਹੜਾ ਜਿਹਦੇ ਕੋਲ ਸਾਰੇ ਸੁੱਖ ਨੇ, ਉਹ ਵੇਖ ਰਿਹਾ ਆਪਣੇ ਉੱਪਰ। ਉਹਦੇ ਕੋਲ ਕੋਠੀ ਆ ਗਈ, ਕਾਰ ਆ ਗਈ, ਸੰਸਾਰ ਦੇ ਸਾਰੇ ਸਾਧਨ ਆ ਗਏ, ਸੁਖ ਪਾਏ ਸਾਧਨ ਕੇ ਸੁਖੀ। ਸਾਧਨ ਸਾਰੇ ਇਕੱਠੇ ਹੋ ਗਏ ਸੁਖ ਦੇ, ਪਰ ਸੁਖ ਅਜੇ ਵੀ ਨਹੀਂ ਆਇਆ ਕਿਉਂਕਿ ਸੁਖ ਦੀਆਂ ਅੱਖਾਂ ਫਿਰ ਖੁੱਲੀਆਂ ਨੇ। ਉਹ ਫਿਰ ਉੱਪਰ ਨੂੰ ਵੇਖ ਰਿਹਾ ਹੈ ਕਿ ਅਜੇ ਤੇ ਮੇਰੇ ਤੋਂ ਉੱਤੇ ਵੀ ਕੋਈ ਹੈ। ਉਹ ਗਵਾਂਢੀ ਦੀ ਗੱਡੀ, ਗਵਾਂਢੀ ਦੀ ਕੋਠੀ ਮੇਰੇ ਤੋਂ ਵੱਡੀ ਹੋ ਗਈ ਹੈ। ਉਹ ਹੋਰ ਸੁੱਖ ਦੇ ਮਗਰ ਲੱਗਿਆ ਹੈ ਤੇ ਜਿਹਦੇ ਕੋਲ ਕੁਝ ਨਹੀਂ ਹੈ ਉਹ ਵੇਖ ਵੇਖ ਕੇ ਸੜੀ ਜਾਂਦਾ ਹੈ ਵੀ ਇਹਦੇ ਕੋਲ ਇੰਨਾ ਕੁਛ ਹੈ। ਫਿਰ ਕਹਿੰਦੇ ਇੰਨੇ ਇਹ ਪਾਪ ਕਰਦਾ ਹੈ, ਮਾੜੇ ਕਰਮ ਕਰਦਾ ਹੈ। ਸਾਡੇ ਵਰਗੇ ਰੋਜ਼ ਗੁਰਦੁਆਰੇ ਜਾਂਦੇ ਆ, ਪਾਠ ਕਰਦੇ ਆ, ਬਾਣੀ ਪੜ੍ਹਦੇ ਆ, ਪਰ ਕਿਹੜੀ ਗੱਲ ਹੈ ਵੀ ਰੱਬ ਸਾਡੇ ਤੋਂ ਨਾਰਾਜ਼ ਰਹਿੰਦਾ ਹੈ ਤੇ ਇਹ ਜਿਹੜੇ ਵੜਦੇ ਨਹੀਂ ਇਹਨਾਂ ਤੋਂ ਬੜਾ ਖੁਸ਼ ਰਹਿੰਦਾ ਹੈ। ਇਹ ਆਮ ਸਾਡਾ ਭੁਲੇਖਾ ਹੈ ਸੰਗਤ। ਇਹ ਬੜਾ ਵੱਡਾ ਭੁਲੇਖਾ ਹੈ ਸਾਨੂੰ ਸਾਰਿਆਂ ਨੂੰ ਤੇ ਸਤਿਗੁਰੂ ਗੁਰਬਾਣੀ ਦੁਆਰਾ ਹੀ ਇਸ ਭੁਲੇਖੇ ਨੂੰ ਕੱਢਦੇ। ਆਸਾ ਕੀ ਵਾਰ ਦੀ ਪਹਿਲਾ ਸ਼ੰਤ ਜਦੋਂ ਆਪਾਂ ਪੜ੍ਹਦੇ ਹਾਂ ਤੇ ਫਿਰ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁੰਦਾ ਹੈ। ਬਲਹਾਰੀ ਗੁਰ ਆਪਣੇ
ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰਬਿਨ ਤੋਰ ਹੁੰਦਾ। ਨਾਨਕ ਗੁਰੂ ਨਾ ਚੇਤਨੀ। ਹੁਣ ਧਿਆਨ ਦੇ, ਮਨ ਆਪਣੇ ਸੁਚੇਤ, ਛੁੱਟੇ ਤਿਲ ਉਵਾੜ ਜਿਉ ਸੁਨੇ ਅੰਦਰ ਖੇਤ। ਅਸਲ ਕੀ ਵਾਰ ਤੇ ਕੀਰਤਨ ਹੁੰਦੇ ਨੇ, ਪਰ ਆਪਾਂ ਧਿਆਨ ਕਰਦੇ ਹਾਂ। ਛੁੱਟੇ ਤਿਲ ਉਵਾੜ ਜਿਉ, ਜਿਹੜਾ ਖੇਤ ਖਾਲੀ ਹੋਵੇ, ਜਿਹੜਾ ਖਾਲੀ ਪਿਆ ਹੋਵੇ, ਸੁੰਨਾ ਪਿਆ ਹੋਵੇ, ਜਿਵੇਂ ਕਿ ਵਾਹਿਗੁਰੂ ਦੇ ਨਾਮ ਤੋਂ ਇਹ ਦੇਹ ਸੁੰਨੀ ਹੈ ਨਾ, ਗੁਰਬਾਣੀ 'ਚ ਦੱਸਿਆ ਹੈ, ਸੁੰਨੀ ਦੇਹ ਫਿਰੇ ਬਿਨ ਨਾ ਕਰੇ। ਜਿਹੜੀ ਦੇਹ ਦੇ ਅੰਦਰ, ਜਿਹੜੀ ਸਰੀਰ ਦੇ ਅੰਦਰ ਉਹਦੀ ਯਾਦ ਨਹੀਂ, ਉਹ ਸੁੰਨੀ ਦੇਹ ਹੈ। ਤੇ ਸਤਿਗੁਰੂ ਕਹਿੰਦੇ ਕਿ ਛੁੱਟੇ ਤਿਲ ਉਵਾੜ ਜਿਉ ਸੁੰਨੇ ਅੰਦਰ ਕੇ ਉਵਾੜ, ਕਹਿੰਦੇ ਨੇ ਜਿਹੜਾ ਜਦੋਂ ਫਸਲ ਕੱਟ ਲਈ ਜਾਵੇ, ਕੋਈ ਵੀ ਫਸਲ ਹੈ, ਜਿਹੜੀ ਰੁੱਤਾਂ ਦੀ ਫਸਲ ਹੈ, ਮਸਲਨ ਸਮਝ ਲਓ ਵੀ ਕਣਕ ਕੱਟ ਲਈ ਗਈ, ਪੱਕ ਗਈ ਸੀ, ਉਹ ਕੱਟ ਲਈ ਗਈ, ਕਿਤੇ ਮੀਂਹ ਪੈ ਗਿਆ ਤੇ ਮੀਂਹ ਦੇ ਨਾਲ ਉਹ ਖੇਤ ਸਾਰਾ ਹਰਿਆ ਹੋ ਗਿਆ, ਹਰਿਆ ਹੋ ਗਿਆ। ਹੁਣ ਉਸ ਹਰੇ ਨੂੰ ਕੀਤਾ ਕਿਨੇ? ਉਹ ਆਪੇ ਹੀ ਉੱਗ ਗਿਆ। ਉਹਨੂੰ ਕਿਰਸਾਨ ਨੇ ਨਹੀਂ ਉਗਾਇਆ, ਉਸ ਕਿਰਸਾਨ ਦਾ ਦਿਲ ਨਹੀਂ ਸੀ ਵੀ ਇਹਨੂੰ ਉਗਾਵਾਂ, ਇਹਨੂੰ ਮੈਂ ਬੀਜਾਂ, ਪਰ ਉਹ ਆਪੇ ਹੀ ਹੋ ਗਿਆ। ਕਹਿਣ ਤੋਂ ਭਾਵ ਹੈ, ਇਹ ਬਿਨਾਂ ਜਿਹੜੇ ਸੁੰਨੇ ਖੇਤ ਵਿੱਚ ਇਹ ਕਿਹੜਾ ਘਾਹ ਹੋ ਗਿਆ ਹੈ, ਜਿਹਦੇ ਅੰਦਰ ਨਾਮ ਨਹੀਂ, ਉਹਨੂੰ ਵਾਹਿਗੁਰੂ ਆਪਣੇ ਚਰਨਾਂ ਤੋਂ ਦੂਰ ਕਰਕੇ ਸਾਰੇ ਸੰਸਾਰੀ ਸੁੱਖ ਭਰ ਦਿੰਦਾ। ਜਿਨ੍ਹਾਂ ਨੂੰ ਅਸੀਂ ਕਹਿੰਦੇ, ਵਾਹਿਗੁਰੂ ਨਹੀਂ ਕਹਿੰਦਾ ਸੁੱਖ, ਗੁਰਬਾਣੀ ਉਹਨਾਂ ਨੂੰ ਸੁੱਖ ਨਹੀਂ ਕਹਿੰਦੀ। ਉਹਨਾਂ ਨੂੰ ਸਾਨੂੰ ਲੱਗਦਾ ਹੈ ਵੀ ਇਹਨਾਂ ਕੋਲ ਬਹੁਤ ਕੁਝ ਹੈ। ਉਹ ਇਸ ਤਰ੍ਹਾਂ ਨੇ ਜਿਵੇਂ ਸੁੰਨੇ ਅੰਦਰ ਖੇਤ, ਆਪੇ ਹੀ ਉੱਗੇ ਨੇ, ਭੱਜੇ ਫਿਰਦੇ ਨੇ, ਕਿੱਧਰ ਜਾਣਾ, ਕੀ ਕਰਨਾ, ਕੋਈ ਉਹਨਾਂ ਕੋਲ ਵਾਟ ਨਹੀਂ, ਕੋਈ ਉਹਨਾਂ ਕੋਲ ਟਾਰਗੇਟ ਨਹੀਂ। ਕਿਉਂ ਨਹੀਂ? ਕਿਉਂਕਿ ਉਹ ਗੁਰੂ ਵਾਲੇ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਗੁਰੂ ਵਾਲੇ ਨਹੀਂ, ਗੁਰੂ ਤੋਂ ਟੁੱਟੇ ਨੇ। ਫਲੀਏ ਫੁਲੀਏ ਬੱਪੜੇ, ਛੁੱਟੇ ਤੇ ਪੁਆੜ ਜੋ ਸੁਨੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ, ਕਹੋ ਨਾਨਕ 100 ਨਾ। ਫਿਰ ਜਿਹੜਾ ਖੇਤ ਦੇ ਅੰਦਰ ਉਹ ਘਾਹ ਹੋ ਗਿਆ, ਹੁਣ ਇਧਰੋਂ ਕੋਈ ਗਾਈ ਆਈ, ਉਹਨੂੰ ਚੁਗਣ ਲੱਗ ਗਈ, ਉਧਰੋਂ ਕੋਈ ਮੱਝ ਆਈ, ਉਹਨੂੰ ਚੁਗਣ ਲੱਗ ਗਈ, ਕੋਈ ਜਾਨਵਰ ਆਇਆ, ਉਹਨੂੰ ਚੁਗਣ ਲੱਗ ਗਿਆ। 100 ਨਾ, ਉਹਦੇ 100 ਉਹਨੂੰ ਖਿਲਾਰਨ ਵਾਲੇ ਹੋ ਗਏ, ਪਰ ਅਜੇ ਵੀ ਉਹਨੂੰ ਕਿਸੇ ਨੇ, ਕਿਸੇ ਕਿਰਸਾਨ ਨੇ ਨਹੀਂ ਲਗਾਇਆ, ਉਹ ਆਪੇ ਹੀ ਹੋ ਗਿਆ। ਜਿਵੇਂ ਆਪਾਂ ਕਹਿ ਦਿੰਦੇ ਆਪਾਂ ਬੜੇ ਦੁਖੀ ਆ, ਤੇ ਜਿਹੜੇ ਸਾਰੇ ਮਾੜੇ ਕਰਮ, ਭੈੜੇ ਕਰਮ ਕਰਦੇ ਨੇ, ਉਹ ਬੜੇ ਸੁਖੀ ਨੇ। ਉਹ ਇਹੋ ਜਿਹੇ ਸੁਖੀ ਨੇ ਜਿਹੜਾ ਆਉਂਦਾ ਉਹਨਾਂ ਦੇ ਵਿੱਚ ਕੂੜਾ ਸੁੱਟ ਕੇ ਚਲਾ ਜਾਂਦਾ, ਬੜੀ ਖੁਸ਼ੀ ਨਾਲ ਉਹ ਉਹਨੂੰ ਐਕਸੈਪਟ ਕਰ ਲੈਂਦੇ। ਖੇਤੇ ਅੰਦਰ ਛੁੱਟਿਆ, ਕਹੋ ਨਾਨਕ 100 ਨਾ। ਫਲੀਏ ਫੁਲੀਏ ਬੱਪੜੇ, ਲੱਗਦੇ ਆ ਬੜੇ ਫਲ ਰਹੇ ਨੇ, ਫੁੱਲ ਰਹੇ ਨੇ, ਇਹਨਾਂ ਨੂੰ ਤੇ ਕੋਈ ਅਸਰ ਹੀ ਨਹੀਂ। ਪਰ ਸਤਿਗੁਰੂ ਕਹਿੰਦੇ ਭੀ ਤਨ ਵਿੱਚ ਸੁਆਹ, ਉਹਨਾਂ ਦੇ ਹਿਰਦੇ ਦੇ ਅੰਦਰ, ਤਨ ਦੇ ਅੰਦਰ ਸੁਆਹ ਤੋਂ ਇਲਾਵਾ ਕੁਝ ਹੈ ਨਹੀਂ। ਆਪੋ ਸਤਿਨਾਮ। ਜਿਹੜੀ ਦੇਹ ਦੇ ਅੰਦਰ ਗੁਰੂ ਨਹੀਂ,
ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਮਸਾਣ ਕਿਹਨੂੰ ਕਹਿੰਦੇ ਭਲਾ? ਜਿੱਥੇ ਮੁਰਦੇ ਫੂਕੀ ਦੇ ਆ ਨਾ ਸੰਗਤ ਜੀ, ਗੁਰਬਾਣੀ ਤੋਂ ਸਿੱਖਣਾ ਹੈ ਆਪਾਂ। ਇਹ ਗੁਰੂ ਬਹੁਤ ਵੱਡਾ ਚਾਨਣ ਹੈ, ਕੋਈ ਛੋਟਾ ਮੋਟਾ ਚਾਨਣ ਨਹੀਂ। ਆਪਣੇ ਆਪ ਨੂੰ ਖੋਲ ਕੇ ਰੱਖਣਾ ਪਵੇਗਾ ਤਾਂ ਉਹ ਚਾਨਣ ਅੰਦਰ ਆਵੇ। ਬਾਰੀਆਂ ਬੂਹੇ ਆਪਣੇ ਕੰਨ ਦੇ ਦਿਮਾਗ ਦੇ ਖੋਲ ਕੇ ਰੱਖਣੇ। ਸਾਧ ਸੰਗਤ ਸੱਚਖੰਡ ਹੈ, ਲਾਇਕ ਚ ਰੁੱਖ ਹੈ, ਖੋਲ੍ਹੈ ਬਾਰੀ। ਆਪਣੇ ਬਾਰੀ ਬੂਹੇ ਖੋਲਣੇ ਪੈਣੇ। ਜਿਹੜਾ ਖੋਲ ਕੇ ਰੱਖਦਾ ਹੈ ਨਾ, ਆਪਣਾ ਭਾਂਡਾ ਸਿੱਧਾ ਰੱਖਦਾ, ਉਹਦੇ ਵਿੱਚ ਕੋਈ ਵਸਤੂ ਸਮਾਉਂਦੀ। ਤੇ ਜਿਹੜਾ ਪਹਿਲਾਂ ਹੀ ਪੁੱਠਾ ਰੱਖ ਕੇ ਆਵੇ, ਗੁਰਦੁਆਰੇ ਆਵੇ, ਕਿਤੇ ਵੀ ਧਰਮ ਸਥਾਨ ਤੇ ਜਾਵੇ, ਵੀ ਮੈਨੂੰ ਸਭ ਕੁਝ ਪਤਾ ਹੈ, ਮੈਨੂੰ ਕੌਣ ਸਮਝਾ ਸਕਦਾ ਹੈ, ਮੈਂ ਸਭ ਤੋਂ ਵੱਡਾ ਗਿਆਨੀ ਹਾਂ, ਉਹਦਾ ਘੜਾ ਸਮਝੋ ਕੋਠਾ, ਉਹਦੇ ਵਿੱਚ ਕੁਝ ਪੈਣ ਵਾਲਾ ਨਹੀਂ ਹੈ। ਸਤਿਨਾਮ। ਭਾਂਡਾ ਖੁੱਲ੍ਹਾ ਰੱਖਣਾ ਪੈਣਾ, ਸਿੱਧਾ ਰੱਖਣਾ ਪੈਣਾ। ਤੇ ਸਭ ਤੋਂ ਵੱਡੀ ਗੱਲ, ਧੋ ਮਾਂਜ ਕੇ ਉਹਨੂੰ ਰੱਖਣਾ ਪੈਣਾ, ਸੁਕਾ ਕੇ। ਉਹਦੇ ਵਿੱਚ ਹੋਰ ਕੁਝ ਹੋਵੇ ਨਾ। ਭਾਂਡਾ ਧੋਏ ਬੈਸ ਧੂਪ ਦੇਵ ਉਹ ਦੁੱਧ ਹੈ ਕੋਈ ਜਾਓ। ਕਿਉਂਕਿ ਜਿਹਦੇ ਵਿੱਚ ਦੁੱਧ ਪਾਉਣਾ ਹੋਵੇ, ਉਹਨੂੰ ਚੰਗੀ ਤਰ੍ਹਾਂ ਮਾਂਜਿਆ ਨਾ ਹੋਵੇ ਤਾਂ ਦੁੱਧ ਫਟ ਜਾਇਆ ਕਰਦਾ ਹੈ। ਇਸੇ ਤਰ੍ਹਾਂ ਜੇ ਸਾਡੇ ਜੀਵਨ ਵਿੱਚ ਕੋਈ ਗੁਰਬਾਣੀ ਸੁਣੀ ਦਾ, ਪੜ੍ਹੀ ਦਾ, ਗਾਇਨ ਕੀਤੀ ਦਾ, ਸੇਵਾ ਕੀਤੀ ਦਾ, ਜੇ ਸਾਡੇ ਮਨਾਂ ਤੇ ਕੋਈ ਅਸਰ ਨਹੀਂ ਪੈ ਰਿਹਾ ਨਾ, ਤੇ ਸਮਝ ਲਓ ਅਜੇ ਭਾਂਡਾ ਕਹਿੰਦਾ ਹੈ, ਅਜੇ ਸਾਫ਼ ਨਹੀਂ। ਆਪੋ ਸਤਿਨਾਮ। ਭਾਂਡਾ ਧੋਏ ਬੈਸ ਧੂਪ ਦੇਵ ਤੋ ਦੁੱਧ ਕੋ ਜਾਵੋ। ਦੂਧ ਕਰਮ ਗੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਦੂਧ ਕਰਮ ਕਹਿੰਦੇ ਜਿਹੜੇ ਦੁੱਧ ਵਰਗੇ ਚਿੱਟੇ ਸਾਫ਼ ਸੁਥਰੇ ਕਰਮ, ਜੋ ਗੁਰ ਕਹੈ ਸੋਈ ਭਲ ਮਨ। ਉਹ ਸਾਫ਼ ਸੁਥਰੇ ਜੋ ਠਾਕੁਰ ਨੇ, ਜੋ ਵਾਹਿਗੁਰੂ ਸਾਨੂੰ ਕਹਿੰਦਾ, ਜੋ ਗੁਰਬਾਣੀ ਕਹਿੰਦੀ, ਉਹਨਾਂ ਕਰਮਾਂ ਤੇ ਜੇ ਆਪਾਂ ਚੱਲਦੇ ਤੇ ਉਹਦੇ ਕਥਨ ਅਨੁਸਾਰ, ਗੁਰੂ ਦੇ ਬਚਨਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਦੇ ਆ। ਦੂਧ ਕਰਮ ਸਾਫ਼ ਸ਼ੁੱਧ ਨਿਰਮਲ ਕਰਮ ਕਰਦੇ ਆ। ਹੋਏ ਨਿਰਾਸ ਜਮਾਵੋ। ਤੇ ਆਸਾਂ ਛੱਡ, ਆਸਾਂ ਨੂੰ ਛੱਡਣਾ ਪੈਣਾ। ਆਸਾਂ ਕਿਹੜੀਆਂ ਹੁੰਦੀਆਂ ਨੇ? ਕਿ ਮੇਰੇ ਕੋਲ ਆ ਜਾਵੇ, ਮੈਂ ਏਦਾਂ ਹੋ ਜਾਵਾਂ, ਮੈਂ ਉਹ ਪਾ ਲਵਾਂ, ਆ ਜਿਹੜੀ ਚੀਜ਼ ਹੈ ਮੈਨੂੰ ਮਿਲ ਜਾਵੇ। ਆਸਾਂ ਬੜੀਆਂ ਆਸਾਂ ਨੇ ਸਾਡੇ ਕੋਲ, ਤੇ ਇਹ ਤਾਂ ਬੜੀ ਛੋਟੀਆਂ ਆਸਾਂ ਨੇ। ਗੁਰੂ ਦਰਬਾਰ ਵਿੱਚ ਇਹ ਤਾਂ ਸੁਤੇ ਸਿਰ ਦੀ ਮਿਲ ਜਾਂਦੀਆਂ। ਜਿਹੜਾ ਗੁਰੂ ਨੂੰ ਚੇਤੇ ਕਰਦਾ ਹੈ ਨਾ, ਇਹਨਾਂ ਪਿੱਛੇ ਭੱਜਣ ਦੀ ਲੋੜ ਨਹੀਂ। ਕਿਉਂਕਿ ਸਾਰੀ ਸੰਸਾਰੀ ਆਸਾਂ ਮਾਇਆ ਨਾਲ ਪੂਰੀਆਂ ਹੁੰਦੀਆਂ। ਸਤਿਗੁਰੂ ਕਹਿੰਦੇ ਮਾਇਆ ਦਾਸੀ, ਮਾਇਆ ਦਾਸੀ ਕਹਿੰਦੇ ਮਾਇਆ ਤੇ ਦਾਸੀ ਹੈ। ਕਿਹਦੀ? ਭਗਤਾਂ ਕੀ ਕਾਰ ਕਮਾਵੇ। ਜਿਹੜੇ ਉਹਦੇ ਭਗਤ ਨੇ, ਜਿਹੜੇ ਉਹਦੀ ਯਾਦ ਵਿੱਚ ਬੈਠਦੇ ਨੇ, ਆਪਣੇ ਆਪ ਨੂੰ ਭਗਤ, ਉਹਦਾ ਭਗਤ ਬਣਾ ਦਿੰਦੇ। ਇੱਕ ਤਾਂ ਉਹ ਜਿਹੇ ਹੁੰਦੇ ਆ ਭਗਤ ਜਿਨ੍ਹਾਂ ਨੂੰ ਦੁਨੀਆ ਕਹੇ ਜੀ ਬੜੀ ਭਗਤੀ ਕਰਦਾ ਹੈ। ਜਦੋਂ ਕੋਈ ਵੇਖੇ ਉਹ ਪਾਠ ਕਰਦਾ ਹੁੰਦਾ ਉਦੋਂ ਸੇਵਾ ਕਰਦਾ, ਪਰ ਅੰਦਰ ਦੀ ਬਾਤ ਤੇ ਪਤਾ ਹੀ ਕਿਸੇ ਨੂੰ ਨਹੀਂ ਨਾ। ਸਾਨੂੰ ਅੰਦਰ ਦੀ ਬਾਤ ਤੇ ਸਾਨੂੰ ਸਾਡੇ ਹੀ ਪਤਾ ਹੈ ਨਾ। ਅੰਦਰੋਂ ਅਸੀਂ ਖਾੜੇ ਤੇ ਕੋਈ ਉਸਤਤ ਦੇ ਫੁੱਲ ਬਣਦਾ ਫਿਰੇ ਤਾਂ ਫਿਰ ਸਾਧ ਸੰਗਤ ਜੀ ਉਹ ਕਿਸੇ ਲਿਖੇ ਲੱਗਣੇ ਆ, ਕੁਝ ਵੀ ਨਹੀਂ ਹੋਣਾ। ਸੋ ਆਪਾਂ ਆਪਣੇ ਸ਼ਬਦ ਤੋਂ ਥੋੜਾ ਦੂਰ ਨਿਕਲ ਆਏ। ਜੋ ਸਤਿਗੁਰੂ ਨੇ ਬਖਸ਼ਿਆ ਨਾ, ਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਉਸ ਸ਼ਬਦ ਤੋਂ ਥੋੜਾ ਦੂਰ ਆ ਗਏ। ਪਰ ਆਏ ਇਸ ਕਰਕੇ ਸਮਝ ਕੇ ਫਿਰ ਵਾਪਸ ਉੱਥੇ ਆ ਗਏ। ਸਮਝ ਖੇਤਾਂ ਅੰਦਰ ਛੁੱਟਿਆਂ ਕਉ ਨਾਨਕ ਸੋ ਨਾਮ ਬਲੀਏ ਫੁਲੀਏ ਬੱਬੜੇ ਵੀ ਤਨ ਵਿੱਚ ਸਵਾ। ਉਹਦੇ
अंदर वो मसान है, वो समझो शमशान है। ਉਹਦਾ ਅੰਦਰੋਂ ਸਵਾਹ ਭਰੀ ਹੋਈ ਹੈ, ਉਹਦੇ ਅੰਦਰ ਹੋਰ ਕੁਝ ਵੀ ਨਹੀਂ। ਉਹਦਾ ਭਾਂਡਾ ਇੰਨਾ ਮੈਲਾ ਹੈ, ਉਹਦੇ ਵਿੱਚ ਕੁਝ ਚੰਗੀ ਚੀਜ਼ ਦੁੱਧ ਪਾਇਆ ਨਹੀਂ ਜਾ ਸਕਦਾ, ਪਾਉਂਦਾ ਹੀ ਫਟ ਜਾਣਾ। ਇਸੇ ਤਰ੍ਹਾਂ ਭਰੇ ਹੋਏ ਘੜੇ ਮੈਲ ਨਾਲ ਭਰੇ ਹੋਏ ਹਿਰਦੇ ਦੇ ਅੰਦਰ ਨਾਮ ਵੀ ਟਿਕ ਨਹੀਂ ਸਕਦਾ। ਜਿੰਨਾ ਮਰਜ਼ੀ ਕੀਰਤਨ ਮੇਰੇ ਵਰਗਾ ਕਰੀ ਜਾਏ, ਸੁਣੀ ਜਾਏ, ਪਰ ਅੰਦਰ ਨਹੀਂ ਟਿਕਣਾ। ਅੰਦਰ ਟਿਕਾਉਣ ਵਾਸਤੇ ਸਤਿਗੁਰੂ ਕਹਿੰਦੇ ਜਿਹੜੇ ਤੇਰੇ ਅੰਦਰ ਦੇ ਕਲੇਸ਼ ਨੇ, ਇਹ ਅੰਦਰ ਦੇ ਦੱਸੇ ਤਨ ਮਾਹੇ ਮਿਟਾਵੋ। ਅੰਦਰ ਦੇ ਬਾਹਰ ਦੇ ਤੇ ਆਪੇ ਹੀ ਚਲੇ ਜਾਣਗੇ। ਸਭ ਤੋਂ ਜ਼ਿਆਦਾ ਕਲੇਸ਼ ਅੰਦਰ ਪਏ ਹੋਏ ਨੇ। ਸਰੀਰ ਦੇ ਅੰਦਰ ਇਹ ਸਭ ਅਸੀਂ ਕਿਸੇ ਦਾ ਮਾੜਾ ਸੋਚਦੇ ਹਾਂ ਤਾਂ ਕਿੱਥੇ ਹੈ ਇਹ ਕਲੇਸ਼? ਕਿੱਥੋਂ ਆਇਆ? ਅੰਦਰੋਂ ਆਇਆ। ਅਸੀਂ ਕਿਸੇ ਦੀ ਨਿੰਦਾ ਕੀਤੀ, ਕਿੱਥੋਂ ਆਈ? ਅੰਦਰੋਂ ਆਈ। ਇਹ ਜਿਹੜੇ ਨੇ ਦੁਰਗੁਣ ਨੇ ਤੇ ਦਇਆ, ਖਿਮਾ, ਧੀਰਜ, ਮਿੱਠ ਬੋਲੜਾ ਸੁਭਾਅ, ਇਹ ਸਤਿਗੁਣ ਨੇ। ਤੇ ਸਾਡੇ ਅੰਦਰ ਸਤਿਗੁਣ ਘੱਟ ਨੇ ਤੇ ਮਾੜੇ ਗੁਣ ਜ਼ਿਆਦਾ ਨੇ। ਇਹਨਾਂ ਨੂੰ ਮਿਟਾਉਣ ਵਾਸਤੇ ਸਤਿਗੁਰੂ ਨੇ ਕਿਹਾ ਕਿ ਤੂੰ ਬਾਰ-ਬਾਰ ਸਿਮਰ। ਤਾਂ ਆਖਿਆ ਸਤਿਗੁਰੂ ਜੀ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਿ ਤੂੰ ਸਿਮਰ ਸਿਮਰ ਕੇ ਸੁਖ ਦਾ ਧਾਰਣੀ ਬਣ ਸਕਦਾ ਹੈ ਤੇ ਤੇਰੇ ਤਨ ਦੇ ਵਿੱਚੋਂ ਸਾਰੇ ਕਲ ਕਲੇਸ਼ ਖਤਮ ਹੋ ਸਕਦੇ ਨੇ। ਇਸ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਸਿੱਧਾ ਹੀ ਮਨੁੱਖ ਨੂੰ ਇਹ ਦੱਸ ਦਿੱਤਾ ਵੀ ਜੇ ਤੂੰ ਸੁਖੀ ਰਹਿਣਾ ਚਾਹੁੰਦਾ, ਤੂੰ ਸਦਾ ਸੁਖੀ ਰਹਿਣਾ ਚਾਹੁੰਦਾ ਹੈ, ਆਪਾਂ ਪੜ੍ਹਦੇ ਆ ਨਾ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ ਮੁਖ ਉਜਲ, ਸਦਾ ਸੁਖੀ। ਸਦਾ ਸੁਖੀ ਕਿੱਦਾਂ? ਨਾਨਕ ਸਿਮਰਤ ਏਕ। ਵੀ ਸਦਾ ਸੁਖੀ ਰਹਿਣਾ ਚਾਹੁੰਦਾ ਹੈ ਤਾਂ ਬਾਰ ਬਾਰ ਤੈਨੂੰ ਸਿਮਰਨ ਹੀ ਕਰਨਾ ਪਵੇਗਾ, ਹੋਰ ਕੋਈ ਤਰੀਕਾ ਹੈ ਨਹੀਂ। ਸਿਮਰੋ ਜਾਸ ਬਿਸੁੰਬਰ ਏਕ। ਤੇ ਸਿਮਰਨਾ ਕਿਹਨੂੰ ਹੈ? ਇਹ ਵੀ ਸਤਿਗੁਰੂ ਦੱਸ ਰਹੇ ਨੇ ਵੀ ਉਸ ਜਗਤ ਪਾਲਕ ਨੂੰ ਸਿਮਰਨਾ ਜਿਹਨੇ ਤੈਨੂੰ ਬਣਾਇਆ ਤੇ ਸਾਰੇ ਕਾਇਨਾਤ ਨੂੰ ਬਣਾਇਆ। ਉਸ ਇੱਕ ਨੂੰ ਸਿਮਰਨਾ ਬਿਸੁੰਬਰ ਇੱਕ ਹੈ। ਔਰ ਸਾਰੇ ਅਣਗਿਣਤ ਜੀਵ ਉਸੇ ਨੂੰ ਜਪ ਰਹੇ ਨੇ। ਨਾਮ ਜਪਤ ਅਗਣਤ ਅਨੇਕ ਹੈ। ਅਨੇਕਾਂ ਹੀ ਅਣਗਿਣਤ ਜਿਹੜੇ ਗਿਣਤੀ ਤੋਂ ਬਾਹਰ ਜੀਵ ਨੇ, ਉਹ ਉਹਨੂੰ ਜਪ ਰਹੇ ਨੇ। ਅਗਣਤ ਅਨੇਕ ਹੈ, ਬਹੁਤ ਸਾਰੇ ਅਨੇਕ। ਵੇਦ ਪੁਰਾਣ ਸਿਮਰਤ ਸੁਧਾਖਿਆ। ਤੇ ਵੇਦ ਪੁਰਾਣਾ ਸਿਮਰਤੀਆਂ ਜਿਹੜੇ ਆਪਾਂ ਵੇਦ ਨੇ ਤੇ ਪੁਰਾਣ ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹੇ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਉਹ ਭੇਦ ਕਹੇ ਹਮ ਏਕ ਨ ਜਾਣਿਓ। ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਰੇ। ਵੇਦ ਪੁਰਾਣ ਸਿਮਰਤ ਸੁਧਾਖਿਆ। ਤੇ ਇਹਨਾਂ ਵੇਦ ਪੁਰਾਣਾ ਸਿਮਰਤੀਆਂ ਨੇ ਵੀ ਆਖਰ ਵਿੱਚ ਆ ਕੇ ਇਹ ਆਖਿਆ ਹੈ ਕਿ ਤੇਰਾ ਨਾਮ ਹੀ ਪਵਿੱਤਰ ਹੈ। ਸਾਰ ਤਤ ਉਹਨਾਂ ਨੇ ਵੀ ਇਹ ਕੱਢਿਆ ਹੈ, ਵਾਹਿਗੁਰੂ ਪਰਮੇਸ਼ਵਰ ਸਦਾ ਫਿਰ ਰਹਿਣ ਵਾਲੇ, ਜੀਵਾਂ ਦੇ ਪਾਲਕ, ਜੀਵਾਂ ਨੂੰ ਪਾਲਣ ਕਰਨ ਵਾਲੇ, ਜੀਵਾਂ ਦੇ ਨਾਸ਼ ਕਰਨ ਵਾਲੇ, ਤੂੰ ਹੀ ਇੱਕ ਸੱਚਾ ਹੈ। ਕੀਨੇ ਰਾਮ ਨਾਮ ਇੱਕ ਆਖਿਆ।
ਤੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਇੱਕ ਅੱਖਰ ਆਖਿਆ, ਕਹਿੰਦੇ ਅੱਖਰ ਨੂੰ, ਤੇ ਤੇਰੇ ਨਾਮ ਦੇ ਇੱਕ ਅੱਖਰ ਨੂੰ ਹੀ ਪਵਿੱਤਰ ਮੰਨਿਆ। ਤੇਰੇ ਨਾਮ ਨੂੰ ਸਭ ਤੋਂ ਪਵਿੱਤਰ ਮੰਨਿਆ। ਭਾਵੇਂ ਕੋਈ ਰਾਮ ਕਹੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ, ਕੋਈ ਸਈਆ, ਕੋਈ ਅਦਾ। ਕਿਣਕਾ ਏਕ ਜਿਸ ਜੀ ਬਸਾਵੇ, ਜਿਹੜਾ ਮਰਜੀ ਨਾਮ ਲੈ ਲਓ, ਜੇ ਨਾਮ ਦਾ ਇੱਕ ਕਿਣਕਾ ਜਿਹਦੇ ਜੀ ਦੇ ਅੰਦਰ, ਜਿਹਦੇ ਜੀਵ ਆਤਮਾ ਦੇ ਅੰਦਰ, ਹਿਰਦੇ ਦੇ ਅੰਦਰ ਆਪ ਕਿਰਪਾ ਕਰਕੇ ਪਰਮਾਤਮਾ ਵਸਾ ਦੇਵੇ, ਫਿਰ ਉਹਦੀ ਮਹਿਮਾ, ਤਾਂ ਕਿ ਮਹਿਮਾ ਗਣੀ ਨਾ ਆਵੇ। ਸੰਤ ਈਸ਼ਰ ਸਿੰਘ ਜੀ ਮਹਾਰਾਜ, ਸੰਤ ਬਾਬਾ ਸੁਰਿੰਦਰ ਸਿੰਘ ਜੀ ਮਹਾਰਾਜ, ਇਹਨਾਂ ਦੀ ਮਹਿਮਾ ਗੁਰਬਾਣੀ ਵੀ ਇਹਨਾਂ ਦੀ ਉਸਤਤ ਕਰਦੀ ਹੈ। ਜਗ੍ਹਾ ਜਪਣ ਵਾਲੇ, ਤੇ ਜਪਣ ਵਾਲਾ ਕੋਈ ਵੀ ਹੋ ਸਕਦਾ ਹੈ। ਆਖੋ ਸਤਿਨਾਮ। ਮੈਂ ਕਿਹਾ ਪ੍ਰੋ ਸਤਿਨਾਮ। ਕੋਈ ਵੀ ਨਾਮ ਜਪਣ ਵਾਲਾ ਹੋ ਸਕਦਾ, ਉਹਦੀ ਮਹਿਮਾ ਫਿਰ ਬਿਆਨ ਨਹੀਂ ਹੋ ਸਕਦੀ। ਜਦੋਂ ਉਹ ਪਰਮੇਸ਼ਰ ਨਾਲ ਇੱਕ ਮਿਕ ਹੋ ਜਾਂਦਾ ਹੈ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਹਿ ਕਬੀਰ ਮੈਂ ਸੋ ਗੁਰ ਪਾਇਆ, ਜਾਂਦਾ ਨਾਮ ਵਿਵੇਕੋ। ਇਹ ਸੰਤ ਤੇ ਰਾਮ ਜਾਨੀ ਉਹਦੇ ਜਪਣ ਵਾਲੇ ਤੇ ਉਹਨੂੰ ਜਪਣ ਵਾਲੇ ਤੇ ਉਹਦਾ ਨਾਮ, ਉਹ ਆਪ ਪਰਮੇਸ਼ਰ ਇੱਕ ਹੀ ਗੱਲ ਹੈ, ਕੋਈ ਫਰਕ ਨਹੀਂ ਹੈ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਰਾਮ ਕਬੀਰ ਹੈ ਭੇਦ ਨਾ ਪਾਈ। ਫਿਰ ਉਹਨਾਂ ਦੀ ਮਹਿਮਾ ਸਾਰੇ ਸੰਸਾਰ ਵਿੱਚ ਉਹ ਪਰਮਾਤਮਾ ਖਿਲਾਰ ਦਿੰਦਾ ਖੁਸ਼ਬੂ ਵਾਂਗੂ। ਉਹ ਉਹਨਾਂ ਦੇ ਨਾਮ ਜਪ ਜਪ ਕੇ ਨਾਮ ਰੂਪ ਹੋ ਜਾਂਦੇ। ਤੇ ਸਤਿਗੁਰੂ ਕਹਿੰਦੇ ਨਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਵੀ ਉਹਦਾ ਜਾਣ, ਉਹਦਾ ਜਪਣ ਵਾਲਾ, ਉਹਦਾ ਪ੍ਰੇਮੀ ਉਹ ਜਿਹਾ ਹੀ ਹੋਣਾ ਚਾਹੀਦਾ ਜਿਹੋ ਜਿਹਾ ਉਹ ਪਰਮਾਤਮਾ ਹੈ। ਉਸ ਤੋਂ ਥੱਲੇ ਦੇ ਪ੍ਰੇਮੀ ਦੀ ਗਤੀ ਨਹੀਂ, ਉਸ ਤੋਂ ਥੱਲੇ ਦੇ ਗ੍ਰੇਡ ਵਾਲੇ ਦੀ ਅਜੇ ਗਤੀ ਨਹੀਂ। ਹਰ ਜਨ ਰਾਮ ਨਾਮ ਗੁਣ ਗਾਵੇ। ਹਰ ਜਨ ਜਿਹਨੂੰ ਕਹਿੰਦੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਵੀ ਜੇ ਕੋਈ ਗੁਣ ਗਾਉਂਦਾ ਹੈ ਨਾ, ਕੋਈ ਸੇਵਾ ਬਹੁਤ ਕਰਦਾ ਹੈ ਨਿਮਾਣਾ ਹੋ ਕੇ, ਤੇ ਜਪ ਜਪ ਕੇ ਸੇਵਾ ਕਰਦਾ ਹੈ, ਬਾਣੀ ਪੜ੍ਹਦਾ ਹੈ, ਅਭਿਆਸ ਕਰਦਾ ਹੈ, ਤੇ ਫਿਰ ਸਤਿਗੁਰੂ ਦੀ ਪ੍ਰੀਖਿਆ ਲੈਂਦੇ ਨੇ। ਉਹਦੇ ਨਾਲੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਨਾ, ਉਹਨਾਂ ਨੂੰ ਨਿੰਦਾ ਤੇ ਲਾ ਦਿੰਦੇ ਉਹਦੀ, ਜਾਓ ਇਹਦੀ ਨਿੰਦਾ ਕਰੋ। ਦੇਖੋ ਨਿੰਦਕਾਂ ਦੇ ਹਿੱਸੇ ਨਿੰਦਾ ਆ ਗਈ। ਉਹਨਾਂ ਨੂੰ ਨਾਮ ਨਹੀਂ ਦਿੱਤਾ, ਉਹਨਾਂ ਨੂੰ ਨਿੰਦਾ ਦੇ ਨਾਲ ਭਰ ਦਿੱਤਾ, ਵਕੀਲੀ ਨਾਲ ਭਰ ਦਿੱਤਾ। ਤੇ ਉਹ ਉਹਦੀ ਨਿੰਦਾ ਕਰਕੇ ਆਪਣੇ ਪੁੰਨ ਘਟਾ ਕੇ ਤੇ ਉਹ ਵੀ ਉਹਨੂੰ ਹੀ ਟ੍ਰਾਂਸਫਰ ਕਰ ਰਹੇ ਨੇ। ਨਿੰਦਕ ਹਮਰੇ ਕਪੜੇ ਧੋਏ, ਨਿੰਦਾ करे सो हमरा मीत, निंदक माय हमारा चीत। निंदक निंदो मुको लोग निंदो, निंदा जन को खरी प्यारी। निंदा बाप निंदा महतारी, निंदा ही प्यो है ते निंदा महतारी कहते मां। निंदा को मां भी आख्या भी ये पालना करती है बच्चे की, जिहदी निंदा करो ओदी पालना कर रही है। जन कबीर को निंदा सार, निंदक डूबा हम उतरे पारों। निंदक ते डूब गया, जीवन उन्हें खराब बर्बाद कर लिया, ते जिहदी निंदा करता रहा वो पार उतारा हो गया। वो सतनाम। हर दिन राम नाम गुण गावे। जे वो गुण गा रहा है ते जे कोई निंदा ਉਹਦੇ ਕੰਨ 'ਚ ਪੈ ਜਾਵੇ ਤਾਂ ਆਪਣਾ ਸੁਭਾਅ ਨਾ ਕਿਤੇ ਗਵਾ ਲਈ ਤੂੰ, ਕਿਉਂਕਿ ਅੱਜ ਕੱਲ ਸੁਭਾਅ ਬੜੀ ਛੇਤੀ ਗਵਾਚਦਾ ਹੈ। ਜੇ ਆਪਾਂ ਜਨ ਬਣੇ ਆ ਨਾ ਤੇ ਕੋਈ ਮਾੜੀ ਜੀ ਗੱਲ ਮੂੰਹ ਤੇ ਕਹਿ ਦੇ ਬੜੀ ਬੁਰੀ ਲੱਗ ਜਾਂਦੀ ਹੈ।
ਪਰ ਸਤਿਗੁਰੂ ਕਹਿੰਦੇ ਜੇ ਤੂੰ ਸੁਭਾਅ ਗਵਾ ਲਿਆ ਤੇ ਸਭ ਕੁਝ ਗਵਾ ਲਏਗਾ ਜੋ ਅੱਜ ਤੱਕ ਕਮਾਇਆ ਹੈ। ਤੈਨੂੰ ਇਹੋ ਜਿਹਾ ਸੁਭਾਅ ਬਣਾਉਣਾ ਹੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਕਹਿੰਦੇ ਤੇਰਾ ਨਿੰਦ ਕੋਈ ਕਰ ਰਿਹਾ ਹੈ ਨਾ, ਤੂੰ ਕਰੀ ਜਾਂਦੇ, ਆਪਣਾ ਗੁਣ ਨਾ ਗਵਾਵੇ, ਤੂੰ ਗੁਣ ਨਾ ਗਵਾਈ ਆਪਣਾ, ਤੂੰ ਪਰਮਾਤਮਾ ਦੇ ਚਰਨ ਛੱਡ ਨਾ ਗਵੀਂ, ਨਹੀਂ ਤੇ ਤੇਰਾ ਸਭ ਕਮਾਇਆ ਝੂਠ ਪਵੇਗਾ, ਸਭ ਖਰਾਬ ਹੋ ਜਾਵੇਗਾ। ਕਾਂਕੀ ਏਕੈ ਦਰਸ ਉਧਾਰੋ, ਨਾਨਕ ਗੁਣ ਸੰਗ ਮੋਹਿ ਉਧਾਰੋ। ਜਿਹੜੇ ਤੇਰੇ ਦੀਦਾਰ ਦੇ ਚਾਹਵਾਨ ਨੇ, ਕਾਂਖੀ ਜਿਹੜੀਆਂ ਜਿਨ੍ਹਾਂ ਦੀ ਅੱਖਾਂ ਤੇਰੇ ਦੀਦਾਰ ਨੂੰ ਲੋਚਦੀਆਂ ਨੇ, ਇਹ ਗੁਰੂ ਨਾਨਕ ਹੈ ਪਰਮਾਤਮਾ ਉਹਨਾਂ ਸੰਗ ਮੋਹਿ ਉਧਾਰੋ। ਮੈਨੂੰ ਵੀ ਉਹਨਾਂ ਦੀ ਸੰਗਤ ਬਖਸ਼ ਕੇ ਮੇਰਾ ਵੀ ਕਿਤੇ ਉਧਾਰ, ਮੇਰਾ ਕਿਤੇ ਭਲਾ ਹੋ ਜਾਵੇ, ਉਹਨਾਂ ਦੀ ਸੰਗਤ ਬਖਸ਼ ਦਿਓ। ਤੂੰ ਸਤਿਨਾਮ। ਇਹ ਸ਼ਬਦ ਦਾ ਭਾਵ ਹੈ ਬੇਅੰਤ ਸੁਖਮਨੀ ਸਾਹਿਬ ਵਿੱਚ ਬਾਕੀ ਸਾਰੇ ਨਾਮ ਦੀ ਮਹਿਮਾ ਹੈ। ਸੋ ਆਓ ਇਹ ਅਖੀਰ ਦੀ ਪੰਕਤੀ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ। ਕਿਨਕਾ ਏਕ ਜਿਸ ਦੀ ਵਸਾਵੇ, ਕਿਨਕਾ ਏਕ ਜਿਸ ਦੀ ਵਸਾਵੇ, ਮਹਿਮਾ ਗਣੀ ਨਾ ਤਾਕੀ ਮਹਿਮਾ ਗਣੀ ਨਾ, ਮਹਿਮਾ ਗਣੀ ਨਾ ਤਾਕੀ ਮਹਿਮਾ ਗਣੀ ਨਾ, ਮਹਿਮਾ ਗਣੀ ਨਾ ਤਾਕੀ ਮਹਿਮਾ ਗਣੀ ਨਾ। ਫਿਰ ਬਿਆਨ ਤੋਂ ਬਾਹਰ ਹੋ ਜਾਂਦੀ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਕਿਣਕਾ ਵੀ ਵਾਹਿਗੁਰੂ ਦੇ ਨਾਮ ਦਾ ਵਸ ਜਾਂਦਾ ਹੈ। ਸੋ ਆਪਾਂ ਸਾਰਿਆਂ ਨੇ ਅਰਦਾਸ ਕਰਕੇ ਜਾਣੀ ਹੈ, ਸਤਿਗੁਰੂ